ਜਿਹੜਾ ਸਰਸੇ ਵਾਲੇ ਸੰਤ ਸੀ ਉਹਨਾਂ ਦੀ ਇੱਕ ਕਿਸਮ ਦੀ 20-25 ਦਿਨਾਂ ਬਾਅਦ ਹਰੇਕ ਕੁੜੀ ਦੀ ਵਾਰੀ ਆਉਂਦੀ ਸੀ। ਉਹ ਸੰਤਰੀ ਡਿਊਟੀ ਤੇ ਹੁੰਦੀ ਸੀ ਕੁੜੀ। ਸੰਤਰੀ ਡਿਊਟੀ ਤੇ ਉਹਨੂੰ ਹੋ ਜਾਂਦਾ ਵੀ ਤੂੰ ਗੁਫਾ 'ਚ ਚੱਲਣਾ। ਕੁੜੀਆਂ ਆ ਕੇ ਜਿਹੜੀਆਂ ਇਕੱਠੀਆਂ ਰਹਿੰਦੀਆਂ ਸੀ ਉਹ ਗੱਲਾਂ ਵੀ ਕਰਦੀਆਂ ਸੀ ਵੀ ਸੰਤਾਂ ਨੇ ਤੈਨੂੰ ਮਾਫੀ ਦੇ ਦਿੱਤੀ ਅੱਜ। ਯਾਨੀ ਕਿ ਇਹ ਮਾਫੀ ਦਾ ਮਤਲਬ ਵੀ ਇਹ ਰੱਖਿਆ ਹੋਇਆ ਸੀ ਵੀ ਤੇਰੇ ਨਾਲ ਬਲਾਤਕਾਰ। ਡੇਰੇ ਵਾਲਿਆਂ ਨੂੰ ਪੱਕਾ ਸ਼ੱਕ ਹੋ ਗਿਆ ਵੀ ਇਹ ਸਾਰਾ ਕੁਛ ਰਣਜੀਤ ਨੇ ਕੀਤਾ, ਕਿਉਂਕਿ ਚਿੱਠੀ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਸੀ ਉਹਨਾਂ ਨਾਲ ਰਿਸੈਂਬਲੈਂਸ ਹੋ ਗਈ। ਚਿੱਠੀ ਦੇ ਵਿੱਚ ਕਿਹੜੀਆਂ ਗੱਲਾਂ ਲਿਖੀਆਂ ਸੀ? ਕੁਰਕਸ਼ੇਤਰ ਦੀ ਇੱਕ ਕੁੜੀ ਹੈ, ਕੁਰਕਸ਼ੇਤਰ ਜ਼ਿਲ੍ਹੇ ਦੀ ਕੁੜੀ ਹੈ ਜਿਹਦੇ ਨਾਲ ਰੇਪ ਹੋਇਆ। ਹੁਣ ਕੁਰਕਸ਼ੇਤਰ ਦੀ ਖਾਨਪੁਰ ਕੋਲੇ ਜਿਹੜਾ ਕੁਰਕਸ਼ੇਤਰ ਜ਼ਿਲ੍ਹੇ 'ਚ ਪੈਂਦਾ, ਇਹ ਉਸ ਗੱਲ ਨਾਲ ਜੁੜ ਗਈ। ਫਿਰ ਜਿਹੜੀਆਂ ਸਟੋਰੀਆਂ ਦੱਸੀਆਂ ਉਹਨੇ ਹੋਰ ਗਾਹਾਂ ਚਿੱਠੀ ਦੇ ਵਿੱਚ ਉਹ ਸਾਰੀਆਂ ਇਹਦੇ ਨਾਲ ਜੁੜ ਗਈਆਂ ਸੀ ਜਾ ਕੇ ਵੀ ਇਹ ਰਣਜੀਤ ਨੇ ਇਹ ਚਿੱਠੀ ਲਿਖਵਾਈ ਹੈ। ਵੀ ਰਣਜੀਤ ਹੈ ਜਿਹੜਾ ਉਹ 3 ਵਾਰ, ਕਿਉਂਕਿ ਰਣਜੀਤ ਨੂੰ ਆ ਕੇ ਕਹਿੰਦੇ ਰਹੇ ਵੀ ਬਾਬੇ ਤੋਂ ਮਾਫੀ ਮੰਗ ਲੈ ਤੂੰ। 3 ਵਾਰ ਉਹ ਡੇਰੇ 'ਚ ਵੀ ਗਿਆ। ਉਸ ਤੋਂ ਬਾਅਦ ਜਾ ਕੇ ਬਾਬੇ ਨੂੰ ਕਹਿਣ ਵਾਸਤੇ ਗਿਆ ਵੀ ਬਾਬਾ ਜੀ ਤੁਸੀਂ ਮੈਨੂੰ ਮਾਫ ਕਰ। ਬਾਬੇ ਨੇ ਮਾਫ ਨਹੀਂ ਕੀਤਾ ਉਹਨੂੰ। ਤੇ ਫਿਰ ਕੀ ਹੋਇਆ ਵੀ 4 ਬੰਦੇ ਇੱਕ ਦੇ ਚੋਂ ਨਿਕਲੇ। ਇਹ ਰਣਜੀਤ ਆਪਦੇ ਖੇਤ ਜਾ ਰਿਹਾ ਸੀ ਮੋਟਰਸਾਈਕਲ ਦੇ ਉੱਪਰ। ਉਹਨਾਂ 4 ਨੇ ਚਿੱਟੇ ਕੱਪੜੇ ਪਾਏ ਹੋਏ ਸੀ, 4 ਨੇ ਪਿਸਤੌਲ ਫੜਿਆ ਹੋਇਆ ਸੀ। ਇੱਕ ਇੱਕ ਗੋਲੀ ਜਿਹੜੇ 4 ਬੰਦਿਆਂ ਨੇ ਇਹਦੇ ਸਿਰ 'ਚ ਮਾਰ ਦਿੱਤੀ। ਉਹ ਵਿਅਕਤੀ ਨੇ ਆਪਦੀਆਂ 2 ਭੈਣਾਂ ਤੇ ਆਪਦੇ ਬੇਟੇ ਨੂੰ ਸਰਸੇ ਡੇਰੇ ਵਿੱਚ ਛੱਡਤਾ। ਤੇ ਉਹਦੀ ਭੈਣ ਜਿਹੜੀ ਹਰਪ੍ਰੀਤ ਸੀ, ਕਲਪਤ ਨਾਂ ਹੈ ਹਰਪ੍ਰੀਤ, ਉਹ ਹਰਪ੍ਰੀਤ ਹੈ ਜਿਹੜੀ ਉਹ ਇੱਕ ਦਿਨ ਆਪਦੇ ਭਰਾ ਨੂੰ ਕਹਿੰਦੀ ਵੀਰੇ ਇਸ ਡੇਰੇ ਵਿੱਚ ਸਭ ਅੱਛਾ। ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ। ਇੱਕ ਨਾਮ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਰਹਿੰਦਾ, ਭਾਵੇਂ ਅੱਜ ਜੇਲ੍ਹ ਦੇ ਵਿੱਚ ਆ, ਉਹ ਆ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ। ਰਣਜੀਤ ਸਿੰਘ ਵਾਲੇ ਕੇਸ ਦੇ ਵਿੱਚ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਹੁਣ ਇਹ ਰਣਜੀਤ ਸਿੰਘ ਵਾਲਾ ਕੇਸ ਕੀ ਸੀਗਾ, ਕਿਹੜੇ ਕਿਹੜੇ ਬੰਦੇ ਦਾ ਰੋਲ ਰਿਹਾ, ਕੀ ਰੋਲ ਰਿਹਾ, ਕਿਉਂ ਇਹ ਸਾਰੀ ਕਹਾਣੀ ਹੈ ਜਿਹੜੀ ਇਹਦੇ ਸਾਡਾ ਸੋਚਣਾ ਬਣਦਾ ਹੈ। ਆਸਥਾ ਜਦੋਂ ਤੁਹਾਡੀ ਲੋੜੋਂ ਵੱਧ ਜਾਂਦੀ ਹੈ ਤਾਂ ਫਿਰ ਕੀ ਕੁਛ ਉਹਦੇ ਨਤੀਜੇ ਨਿਕਲਦੇ ਆ। ਹੁਣ ਸਾਡੇ ਕਿਸੇ ਨੂੰ ਦੋਸ਼ੀ ਕਹਿਣ ਦਾ ਤਾਂ ਮੁੱਦਾ ਹੀ ਨਹੀਂ ਨਾ ਰਿਹਾ, ਅਦਾਲਤ ਨਹੀਂ ਕਹਿਤਾ ਜੋ ਕੁਛ ਕਹਿਣਾ ਸੀ। ਮੇਰੇ ਨਾਲ ਮੇਘਰਾਜ ਮਿੱਤਰ ਜੀ ਨੇ ਜਿਨ੍ਹਾਂ ਨੇ ਕਿਤਾਬ ਲਿਖੀ ਹੈ, ਤੁਹਾਡੇ ਸਾਹਮਣੇ ਆਹ ਕਿਤਾਬ ਆ ਅਰਸ਼ ਤੋਂ ਫਰਸ਼ ਤੱਕ, ਗੁਰਮੀਤ ਰਾਮ ਰਹੀਮ। ਇਹ ਕਿਤਾਬ ਜਦੋਂ ਪੜ੍ਹੀ ਸੀ ਤਾਂ ਬਹੁਤ ਸਾਰੀਆਂ ਗੱਲਾਂ ਨਵੀਆਂ ਸਾਨੂੰ ਵੀ ਸਮਝਣ ਦੇ ਲਈ ਮਿਲੀਆਂ ਸੀ। ਅੱਜ ਇਹਨਾਂ ਤੋਂ ਸਮਝਾਂਗੇ ਸਫ਼ਰ ਕਿਵੇਂ ਰਿਹਾ। ਚਿੱਠੀਆਂ ਜਦੋਂ ਇਹਨਾਂ ਨੇ ਪ੍ਰਕਾਸ਼ਿਤ ਕੀਤੀਆਂ ਤਾਂ ਉਦੋਂ ਇਹਨਾਂ ਨੂੰ ਵੀ ਬਹੁਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਚਲੋ ਇਹ ਸਾਰੀਆਂ ਗੱਲਾਂ ਮੈਂ ਇਹਨਾਂ ਤੋਂ ਪੁੱਛਦਾ। ਮੇਘਰਾਜ ਜੀ ਬਹੁਤ ਬਹੁਤ ਸ਼ੁਕਰੀਆ ਸਮਾਂ। ਹਾਂ ਨਵਰੀਤ ਜੀ, ਤੁਹਾਡਾ ਵੀ ਸ਼ੁਕਰੀਆ, ਤੁਹਾਡੇ ਅੱਖਰ ਦੇ ਦਰਸ਼ਕਾਂ ਦਾ ਵੀ ਸ਼ੁਕਰੀਆ ਜਿਹੜੇ ਇਹਨੂੰ ਦੇਖ ਰਹੇ ਨੇ ਜੀ। ਮੈਂ ਕਿਉਂਕਿ ਕਿਤਾਬ ਨਾਲ ਹੁਣ ਖੋਲ ਕੇ ਮੈਨੂੰ ਆਇਆ ਕੁਛ ਇਹਦਾ ਪੱਖ ਰਹਿ ਨਾ ਜਾਵੇ, ਹਨਾ। ਰਣਜੀਤ ਸਿੰਘ ਜਿਹਦੇ ਕੇਸ ਦੇ ਵਿੱਚ ਹੁਣ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ, ਉਹਨਾਂ ਨੇ ਕਿਹਾ ਤਾਂ ਮਤਲਬ ਸਜ਼ਾ ਪੱਕੀ ਹੈ। ਇਹ ਤੁਹਾਡੀ ਕਿਤਾਬ ਦੇ ਵਿੱਚ ਇਹਦਾ ਬਕਾਇਦਾ ਇੱਕ ਚੈਪਟਰ ਹੈ, ਹਨਾ। ਮੈਂ ਇਹ ਵੀ ਨਾਲ ਦੀ ਨਾਲ ਹੀ ਦਿਖਾ ਦਾਂ। ਕੌਣ ਹੈ ਇਹ ਬੰਦਾ, ਕੀ ਹੈ ਇਹਦੀ ਕਹਾਣੀ, ਕਿਵੇਂ ਹੈ? ਕਿਉਂਕਿ ਮੈਨੂੰ ਲੱਗਦਾ ਜਿਹੜੇ ਸਾਨੂੰ ਦੇਖਣ ਵਾਲੇ ਆ ਉਹਨਾਂ ਨੂੰ ਵੀ ਜੇ ਪਹਿਲਾਂ ਪਤਾ ਹੈ ਤਾਂ ਕੁਛ ਨਵੇਂ ਪੱਖ ਤੁਹਾਡੀ ਗੱਲ ਤੋਂ ਜਾਣਨ ਨੂੰ ਮਿਲਣਗੇ, ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਤਾਂ ਹੋਵੇ ਨਾ ਕੇਸ ਕੀ ਹੈ, ਕੌਣ ਸੀ ਇਹ ਰਣਜੀਤ ਸਿੰਘ, ਕੌਣ ਸੀ ਪਹਿਲਾਂ ਤਾਂ ਇੱਥੇ ਗੱਲ। ਅਸਲ ਵਿੱਚ ਰਣਜੀਤ ਸਿੰਘ ਸੀ ਜਿਹੜਾ ਕੁਰਕਸ਼ੇਤਰ ਜ਼ਿਲ੍ਹੇ ਦਾ ਖਾਨਪੁਰ ਕੋਹਲੀਆਂ ਦਾ ਵਸਨੀਕ ਸੀ। ਬਾਬੇ ਸਰਸੇ ਵਾਲੇ ਦਾ ਪੱਕਾ ਭਗਤ ਸੀ। ਈਵਨ ਇੱਥੋਂ ਤੱਕ ਕਿ 10 ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲ ਸੀ ਇਹ ਬੰਦਾ। ਇਹ ਦਾ ਪੈਟਰੋਲ ਪੰਪ ਵੀ ਲਾਇਆ ਹੋਇਆ ਸੀ, ਚੰਗੀ ਜ਼ਮੀਨ ਦਾ ਮਾਲਕ ਸੀ। ਇਸ ਵਿਅਕਤੀ ਨੇ ਹਰ ਵਾਰ ਡੇਰੇ ਨੂੰ 2-3 ਲੱਖ ਰੁਪਇਆ ਡੋਨੇਟ ਕਰਦਾ ਸੀ, ਦਾਨ ਦਿੰਦਾ ਸੀ। ਆਪਣੇ ਘਰ ਦੇ ਵਿੱਚ ਇੱਕ ਕਮਰਾ ਵੀ ਸਜਾ ਕੇ ਰੱਖਿਆ ਹੋਇਆ ਸੀ ਜਿੱਥੇ ਬਾਬੇ ਦੀਆਂ ਫੋਟੋਆਂ ਲਾਈਆਂ ਹੋਈਆਂ ਸੀ, ਜਿਹਦੇ 'ਚ ਆਪਦੇ ਘਰਦਿਆਂ ਨੂੰ ਹੁਕਮ ਸੀ ਵੀ ਇੱਥੇ ਨਹੀਂ ਵੜਨਾ, ਇਸ ਕਮਰੇ 'ਚ, ਇਹ ਮੇਰੇ ਪਿਤਾ ਜੀ ਦਾ ਕਮਰਾ ਹੈ, ਉਹਨਾਂ ਵਾਸਤੇ ਮੈਂ ਰੱਖਿਆ ਹੋਇਆ, ਉਹਨਾਂ ਵਾਸਤੇ ਬਣਾਇਆ ਗਿਆ। ਉਹ ਵਿਅਕਤੀ ਨੇ ਆਪਦੀਆਂ 2 ਭੈਣਾਂ ਤੇ ਆਪਦੇ ਬੇਟੇ ਨੂੰ ਸਰਸੇ ਡੇਰੇ ਵਿੱਚ ਛੱਡਤਾ। ਤੇ ਉਹਦੀ ਭੈਣ ਜਿਹੜੀ ਹਰਪ੍ਰੀਤ ਸੀ
ਕਲਪਤ ਨਾਂ ਹੈ ਹਰਪ੍ਰੀਤ, ਹੂੰ ਨਾਂ ਹੋਰ ਹੈ ਉਹਦਾ। ਹੂੰ ਉਹ ਹਰਪ੍ਰੀਤ ਨੂੰ ਵੀ ਡੇਰੇ 'ਤੇ ਛੱਡਤਾ। ਹਰਪ੍ਰੀਤ ਜਦੋਂ ਕਾਲਜ 'ਚ ਪੜ੍ਹਦੀ ਸੀ, ਸਭ ਤੋਂ ਸੋਹਣੀ ਕੁੜੀ ਸੀ ਕਾਲਜ ਦੀ। ਹੂੰ ਉਹ ਹਰਪ੍ਰੀਤ ਹੈ ਜਿਹੜੀ, ਉਹ ਇੱਕ ਦਿਨ ਆਪਦੇ ਭਰਾ ਨੂੰ ਕਹਿੰਦੀ, ਵੀਰੇ ਇਸ ਡੇਰੇ 'ਚ ਸਭ ਕੁਛ ਅੱਛਾ ਨਹੀਂ। ਹੂੰ ਉਹ ਕਹਿਣ ਲੱਗਾ ਜੇ ਪਿਤਾ ਜੀ ਦੇ ਘਰ ਦੇ ਵਿੱਚ ਹੀ ਅੱਛਾ ਨਹੀਂ ਹੈਗਾ, ਫਿਰ ਅੱਛਾ ਹੋਊ ਕਿੱਥੇ? ਨਹੀਂ, ਆਪਾਂ ਇੱਥੇ ਵੀ ਆਉਣੇ ਆ। ਪਹਿਲਾਂ ਮੈਂ ਥੋੜੀ ਜਿਹੀ ਸ਼ਰਧਾ ਤੇ ਮਤਲਬ ਸ਼ਾਇਦ ਸੁਣਨ ਵਾਲਿਆਂ ਨੂੰ ਪਤਾ ਲੱਗਣਾ ਚਾਹੀਦਾ ਵੀ ਉਸ ਸਮੇਂ ਰਣਜੀਤ ਸਿੰਘ ਦੀ ਸ਼ਰਧਾ ਕਿਸ ਲੈਵਲ ਤੇ ਸੀ। ਤੁਸੀਂ ਕਿਹਾ ਵੀ ਘਰੇ ਇੱਕ ਕਮਰਾ ਬਣਾਇਆ ਵਾ, ਹਾਂਜੀ, ਤੇ ਇੱਕ ਕੋਈ ਇਹ ਕਮੇਟੀ ਦੇ ਵਿੱਚ ਵੀ ਰਹੇ ਆ ਮੇਰੇ ਖਿਆਲ ਚ। 10 ਮੈਂਬਰੀ ਕਮੇਟੀ ਦਾ ਮੈਂਬਰ ਸੀ। ਔਰ ਬੰਦੇ ਦਾ ਰਸੂਖ ਇਹ ਸੀ ਵੀ ਇਹ ਪਿੰਡ ਦੇ ਸਰਪੰਚ ਕਿੰਨੇ ਸਾਲ ਰਹੇ? ਨਹੀਂ, ਪਰ ਇਹ ਇਸ ਪਿੰਡ ਦਾ ਸਰਪੰਚ ਨਹੀਂ ਸੀ ਰਿਹਾ। ਇਹਦਾ ਬਾਪ ਪਿੰਡ ਦਾ 30 ਸਾਲ ਸਰਪੰਚ ਰਿਹਾ ਸੀ। ਮਤਲਬ ਪਰਿਵਾਰ ਦਾ ਰਸੂਖ ਸੀ ਪੂਰਾ। ਪਰਿਵਾਰ ਦਾ ਰਸੂਖ ਸੀ, ਇਕੱਲਾ ਹੀ ਮੁੰਡਾ ਸੀ ਇਹ ਘਰਦਿਆਂ ਦਾ। ਹਾਂ, ਈਵਨ ਉਹ ਲੈਂਡ ਮਾਰਗੇਜ ਬੈਂਕ ਦਾ ਵੀ ਚੇਅਰਮੈਨ ਰਿਹਾ 10 ਸਾਲ ਦੇ ਲਗਭਗ। ਇਹਦਾ ਬਾਪ ਬਹੁਤ ਅਸਲ ਰਸੂਖ ਵਾਲਾ ਪਰਿਵਾਰ ਸੀ ਇਹ। ਹਾਂ, ਪੈਟਰੋਲ ਪੰਪ ਵੀ ਲਾਇਆ ਹੋਇਆ ਸੀ ਇਹਨਾਂ ਦਾ। ਹਾਂ, ਤੇ ਬਾਬੇ ਦੀਆਂ ਸਾਰੀਆਂ ਗੱਡੀਆਂ 'ਚ ਜਦੋਂ ਵੀ ਉੱਧਰ ਆਉਂਦੀਆਂ ਸੀ ਤਾਂ ਇਹ ਮੁਫਤ ਪੈਟਰੋਲ ਭਰਦਾ ਸੀ। ਪਰ ਇਹ ਫਿਰ ਇਹ ਕਦੋਂ ਦਾ ਹੁੰਦਾ ਜਾਂ ਕਿਵੇਂ ਹੁੰਦਾ ਵੀ ਆਪਦੀਆਂ, ਕਿਉਂਕਿ ਵੱਡਾ ਫੈਸਲਾ ਹਨਾ ਇੱਥੇ ਆਪਣੇ ਪਰਿਵਾਰ ਦੇ ਵਿੱਚ ਕੀ ਹੁੰਦਾ ਵੀ ਆਪਣੀ ਭੈਣ ਜਾਂ ਧੀ ਕਈ ਵਾਰੀ ਮੰਨ ਲਓ ਪੜ੍ਹ ਕੇ ਆਉਂਦੇ ਲੇਟ ਵੀ ਹੋ ਜਾਣ ਤਾਂ ਆਪਾਂ ਨੂੰ ਫਿਕਰ ਹੁੰਦੀ ਆ ਵੀ ਹਨਾ ਵੀ ਆਪਾਂ ਕਰਗੇ ਪਤਾ ਕਰਗੇ। ਤਾਂ ਇਹ ਡੇਰੇ 'ਚ ਛੱਡਣ ਦੇ ਜਿਹੜੇ ਫਿਰ ਇਹ ਫੈਸਲੇ ਸੀਗੇ ਅਸਲ ਵਿੱਚ ਨਾ, ਜਿਹੜਾ ਰਣਜੀਤ ਸੀ ਉਹ 1980 ਤੋਂ ਡੇਰੇ ਨਾਲ ਜੁੜ ਗਿਆ ਸੀ। ਠੀਕ ਹੈ, ਲਗਭਗ 20 ਸਾਲ ਉਹ ਡੇਰੇ ਦਾ ਭਗਤ ਰਿਹਾ ਲਗਾਤਾਰ। ਤੇ ਡੇਰੇ 'ਚ ਇੰਨੀ ਜ਼ਿਆਦਾ ਸ਼ਰਧਾ ਸੀ ਉਹਦੇ 'ਚ ਵੀ ਜੇ ਡੇਰੇ ਦੇ ਵਿੱਚ ਜੇ ਕੋਈ ਡੇਰੇ ਬਾਰੇ ਕੋਈ ਗੱਲ ਬੋਲਦਾ ਸੀ ਉਹਨੂੰ ਮਾਰਨ ਤੱਕ ਜਾਂਦਾ ਸੀ। ਸਾਡੇ ਜਾਨੀ ਤਰਕਸ਼ੀ ਸੋਸਾਇਟੀ ਦਾ ਵੀ ਇੱਕ ਬਹੁਤ ਉੱਘਾ ਆਗੂ ਮਾਸਟਰ ਬਲਵੰਤ ਸਿੰਘ, ਜਿਹੜਾ ਬਹੁਤ ਵਾਰ ਹਰਿਆਣੇ ਦੀ ਤਰਕਸ਼ੀ ਸੰਸਥਾ ਦਾ ਪ੍ਰਧਾਨ ਵੀ ਰਿਹਾ, ਉਹ ਵੀ ਉਸੇ ਪਿੰਡ ਦਾ ਸੀ, ਖਾਨਪੁਰ ਕੋਹਲੀਆਂ ਦਾ। ਓਕੇ, ਖਾਨਪੁਰ ਕੋਹਲੀਆਂ ਦਾ। ਇਹ ਰਣਜੀਤ ਦੇ ਉੱਪਰ ਉਹਨਾਂ ਨੂੰ ਡਾਊਟ ਖੜਾ ਹੋ ਗਿਆ ਡੇਰੇ ਵਾਲਿਆਂ ਨੂੰ ਵੀ ਚਿੱਠੀ ਕਿਹਨੇ ਲਿਖੀ ਹੈ। ਤੇ ਉਹ ਸੋਚਣ ਲੱਗੇ ਵੀ ਇਹਨੇ ਜੇ ਚਿੱਠੀ ਲਿਖੀ ਹੈ ਤੇ ਚਿੱਠੀ ਤਹਿਸੀਲਾਂ ਕੋਲ ਪਹੁੰਚੀ ਹੈ, ਇਹ ਕਿਵੇਂ ਪਹੁੰਚ ਗਈ? ਕਿਉਂਕਿ ਇੱਥੇ ਬਰਨਾਲੇ ਵੀ ਮੇਰੇ ਕੋਲ ਪਹੁੰਚ ਗਈ ਚਿੱਠੀ ਉਹ, ਤੇ ਬਲਵੰਤ ਕੋਲ ਵੀ ਪਹੁੰਚ ਗਈ। ਤੇ ਬਲਵੰਤ ਨੇ ਜਦੋਂ ਕਿਸੇ ਦੁਕਾਨ ਦੇ ਉੱਪਰ ਬੈਠਾ ਸੀ ਕਿਤਾਬਾਂ ਦੀ, ਤੇ ਬਲਵੰਤ ਜਦੋਂ ਚਿੱਠੀ ਢਾਕੀ ਨੇ ਉਹਨੂੰ ਦਿੱਤੀ, ਉਹਨੇ ਚਿੱਠੀ ਖੋਲ ਕੇ ਪੜ੍ਹੀ ਤੇ ਨਾਲ ਦੇ ਵਿਅਕਤੀਆਂ ਨੇ ਦੋ ਨੇ ਪੜ੍ਹ ਲਈ। ਉਹ ਕਹਿੰਦੇ ਵੀ ਅਸੀਂ ਇਹਦੀ ਫੋਟੋ ਕਾਪੀ ਕਰਾ ਲਈਏ। ਬਲਵੰਤ ਕਹਿੰਦਾ ਵੀ ਨਹੀਂ, ਤੁਸੀਂ ਫੋਟੋ ਕਾਪੀ ਨਾ ਕਰਾਓ, ਹਜੇ ਠਹਿਰ ਕੇ ਦੇਖਦੇ ਹਾਂ। ਉਹ ਬਲਵੰਤ ਹੁਣ ਸੋਸਾਇਟੀ ਦਾ ਮੈਂਬਰ ਹੋਣ ਕਰਕੇ, ਤਰਕਸ਼ੀ ਸੋਸਾਇਟੀ ਦਾ ਮੈਂਬਰ ਸੀ, ਉੱਘਾ ਮੈਂਬਰ ਸੀ, ਉਹਨਾਂ ਦੀ ਅੰਬਾਲੇ ਮੀਟਿੰਗ ਹੋ ਰਹੀ ਸੀ, ਉਹ ਤੇ ਜਾਣਾ ਸੀ ਉਹਨੇ। ਮੈਨੂੰ ਐਂ ਲੱਗਦਾ ਵੀ ਨਾ ਆਪਾਂ ਇਹ ਤੇ ਆਵਾਂਗੇ, ਥੋੜੀ ਜਿਹੀ ਤਰਤੀਬ ਨੂੰ ਮੈਂ ਬੈਕਲ ਜਾਊਂਗਾ ਸਾਨੂੰ, ਹਨਾ। ਹੁਣ ਇਹ ਰਣਜੀਤ ਸਿੰਘ ਤੇ ਆਪਾਂ ਜੇ ਫੋਕਸ ਰੱਖੀਏ ਹਨਾ, ਆਪਦੇ ਇਹਦੇ ਸਿਸਟਰ ਹੈ ਜਿਹੜੇ, ਜਿਨ੍ਹਾਂ ਦਾ ਆਪਾਂ ਕਲਪਿਤ ਨਾਮ ਆ ਹਰਪ੍ਰੀਤ ਕੌਰ ਰੱਖਦੇ ਆ ਹਨਾ, ਉਹ ਡੇਰੇ ਚਲੇ ਜਾਂਦੇ ਆ, ਉੱਥੇ ਜਾ ਕੇ ਰਹਿੰਦੇ ਆ। ਤੇ ਇੱਕ ਦਿਨ ਘਰੇ ਆ ਕੇ ਇਹ ਕਹਿੰਦੇ ਆ ਕਿ ਵੀ ਸਭ ਕੁਝ ਠੀਕ ਨਹੀਂ ਹੈਗਾ। ਰਣਜੀਤ ਸਿੰਘ ਫਿਰ ਵੀ ਉਹ ਤੇ ਡਾਊਟ ਕਰਦਾ, ਪਰ ਫਿਰ ਇਹ ਯਕੀਨ ਕਦੋਂ ਹੁੰਦਾ ਕਿ ਉਸੇ ਤੋਂ ਹੀ ਹੌਲੀ ਹੌਲੀ ਹੋਣ ਲੱਗ ਜਾਂਦਾ ਹੈਗਾ ਜਦੋਂ ਆਪ ਫਿਰ ਨਹੀਂ, ਫਿਰ ਯਾਨੀ ਕਿ ਡੇਰੇ 'ਤੇ ਗਏ ਨੂੰ ਹਰਪ੍ਰੀਤ ਅਸਲੀਅਤ ਦੱਸ ਦਿੰਦੀ ਹੈ ਵੀ ਮੇਰੇ ਇਕੱਲੇ ਨਾਲ ਨਹੀਂ ਵਾਪਰਿਆ, ਹੋਰ 20-25 ਕੁੜੀਆਂ ਨੇ ਜਿਨ੍ਹਾਂ ਦੇ ਨਾਲ ਅਜਿਹਾ ਕੁਝ ਵਾਪਰਿਆ। ਮਤਲਬ ਰੇਪ ਵਗੈਰਾ ਜਾਂ ਬਲਾਤਕਾਰ। ਸੰਤ ਜਿਹੜਾ ਸਰਸੇ ਵਾਲੇ ਸੰਤ ਸੀ, ਉਹਨਾਂ ਦੀ ਇੱਕ ਕਿਸਮ ਦੀ 20-25 ਦਿਨਾਂ ਬਾਅਦ ਹਰੇਕ ਕੁੜੀ ਦੀ ਵਾਰੀ ਆਉਂਦੀ ਸੀ। ਉਹ ਸੰਤਰੀ ਡਿਊਟੀ ਤੇ ਹੁੰਦੀ ਸੀ ਕੁੜੀ, ਸੰਤਰੀ ਡਿਊਟੀ ਤੇ ਉਹਨੂੰ ਹੋ ਜਾਂਦਾ ਵੀ ਤੂੰ ਗੁਫਾ 'ਚ ਚੱਲਣਾ। ਤੇ ਕੁੜੀਆਂ ਆ ਕੇ ਜਿਹੜੀਆਂ ਇਕੱਠੀਆਂ ਰਹਿੰਦੀਆਂ ਸੀ, ਉਹ ਗੱਲਾਂ ਵੀ ਕਰਦੀਆਂ ਸੀ ਵੀ ਸੰਤਾਂ ਨੇ ਤੈਨੂੰ ਮਾਫੀ ਦੇ ਦਿੱਤੀ ਅੱਜ। ਯਾਨੀ ਕਿ ਇਹ ਮਾਫੀ ਦਾ ਮਤਲਬ ਹੀ ਇਹ ਰੱਖਿਆ ਹੋਇਆ ਸੀ ਵੀ ਤੇਰੇ ਨਾਲ ਬਲਾਤਕਾਰ। ਕਈ ਕੁੜੀਆਂ ਤਾਂ ਜਿਵੇਂ ਬਠਿੰਡੇ ਦੀਆਂ ਵੀ ਸੀ ਕੁੜੀਆਂ, ਉਹ ਡੇਰਾ ਛੱਡ ਕੇ ਆ ਗਈਆਂ। ਜੇ ਕੋਈ ਐਕਸਪੋਜ਼ ਕਰਦੀ ਸੀ, ਨਾਲ ਦੀਆਂ ਕੁੜੀਆਂ ਤੋਂ ਹੀ ਕਟਵਾ ਦਿੰਦਾ ਸੀ। ਉਹਦੀ ਰੀੜ੍ਹ ਦੀ ਹੱਡੀ ਤੋੜਤੀ। ਬਠਿੰਡੇ ਦੀ ਕੁੜੀ ਸੀ, 2 ਭੈਣਾਂ ਸੀ ਸੰਗਰੂਰ ਦੀਆਂ, ਉਹ ਵੀ ਉਹਨੂੰ ਛੱਡ ਕੇ ਵਾਪਸ ਆ ਗਈਆਂ। ਯਾਨੀ ਕਿ ਇਹ ਸਾਰਾ ਕੁਝ ਚਿੱਠੀ ਦੇ ਵਿੱਚ ਦਰਜ ਸੀ। CBI ਨੇ ਵੀ ਜਦੋਂ ਇਨਕੁਆਇਰੀ ਕੀਤੀ, ਉਹਦੇ 'ਚ ਵੀ ਇਹ ਗੱਲਾਂ ਸਾਹਮਣੇ ਆਈਆਂ। ਹਾਂਜੀ, ਪਰ ਉਹ ਜਿਹੜੀ ਘਟਨਾ ਹੋਈ ਰਣਜੀਤ ਦੇ ਮਰਡਰ ਵਾਲੀ ਘਟਨਾ ਦੇ ਉੱਪਰ ਆਉਣਾ ਆ,
ਰਣਜੀਤ ਦੇ ਜਿਹੜੀ ਮਰਡਰ ਵਾਲੀ ਘਟਨਾ ਸੀ, ਜਦੋਂ ਭੈਣ ਨੇ ਇਹ ਗੱਲ ਕਹੀ ਉਹਨੇ, ਹਾਂ, ਹਰਪ੍ਰੀਤ ਨੇ, ਵੀ ਵੀਰਾ ਸਭ ਕੁਛ ਅੱਛਾ ਨਹੀਂ ਚੱਲਦਾ, ਤਾਂ ਉਹ ਜਾ ਕੇ ਆਪਦੀ ਭੈਣ ਨੂੰ, ਦੋਨੇ ਭੈਣਾਂ ਨੂੰ ਤੇ ਆਪਦੇ ਬੇਟੇ ਨੂੰ ਡੇਰੇ 'ਚੋਂ ਵਾਪਸ ਲੈ ਆਇਆ। ਅੱਛਾ, ਉਹ ਵਾਪਸ ਲੈ ਆਉਂਦੇ। ਪਰ ਫਿਰ ਇਹ ਕਿਵੇਂ ਹੁੰਦਾ ਵੀ ਮੈਂ ਚਿੱਠੀ ਵੀ ਲਿਖਾਂ? ਕਿਉਂਕਿ ਬਹੁਤ ਸਾਰੇ ਲੋਕ ਹੈ ਜਿਹੜੇ ਉਦੋਂ ਤੱਕ ਜਿਨ੍ਹਾਂ ਨੇ ਸੋਚ ਲਿਆ ਸੀ ਵੀ ਯਾਰ ਜੋ ਸਾਡੇ ਨਾਲ ਹੋ ਗਿਆ, ਚੁੱਪ ਰਹੋ, ਮਾਰ ਦੇਣਗੇ। ਰਣਜੀਤ ਸਿੰਘ ਇਹਦੇ ਵੱਲ ਕਿਵੇਂ ਆਉਂਦਾ? ਨਹੀਂ, ਉਹ ਫਿਰ ਚਿੱਠੀ ਹੈ ਨਾ ਜਿਹੜੀ, ਇਲੈਕਟ੍ਰੋਨਿਕ ਟਾਈਪਰਾਈਟਰ ਤੇ ਟਾਈਪ ਕਰਵਾਈ ਉਹਨੇ। ਅੱਛਾ, ਉਹਨੇ ਕਰਵਾਈ ਜਾਂ ਕਿਹਨੇ ਕਰਵਾਈ ਇਹ ਆਪਾਂ ਕਨਫਰਮ ਨਹੀਂ ਕਹਿ ਸਕਦੇ, CBI ਨੇ ਵੀ ਨਹੀਂ ਕਨਫਰਮ ਕੀਤੀ ਇਹ ਗੱਲ, ਪਰ ਚਿੱਠੀ ਸੀ। ਹਾਂ, ਚਿੱਠੀ ਦੇ, ਪਰ ਡੇਰੇ ਵਾਲਿਆਂ ਨੂੰ ਪੱਕਾ ਸ਼ੱਕ ਹੋ ਗਿਆ ਵੀ ਇਹ ਸਾਰਾ ਕੁਛ ਰਣਜੀਤ ਨੇ ਕੀਤਾ, ਕਿਉਂਕਿ ਚਿੱਠੀ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਸੀ ਉਹਨਾਂ ਨਾਲ ਰਿਸੈਂਬਲੈਂਸ ਹੋ ਗਈ। ਚਿੱਠੀ ਦੇ ਵਿੱਚ ਕਿਹੜੀਆਂ ਗੱਲਾਂ ਲਿਖੀਆਂ ਸੀ? ਕੁਰਕਸ਼ੇਤਰ ਦੀ ਇੱਕ ਕੁੜੀ ਹੈ, ਕੁਰਕਸ਼ੇਤਰ ਜ਼ਿਲ੍ਹੇ ਦੀ ਕੁੜੀ ਹੈ ਜਿਹੜੀ, ਜਿਹਦੇ ਨਾਲ ਰੇਪ ਹੋਇਆ ਹੈ। ਹੁਣ ਕੁਰਕਸ਼ੇਤਰ ਦੀ, ਖਾਨਪੁਰ ਕੋਲਿਆਂ ਜਿਹੜਾ ਕੁਰਕਸ਼ੇਤਰ ਜ਼ਿਲ੍ਹੇ 'ਚ ਪੈਂਦਾ, ਇਹ ਉਸ ਗੱਲ ਨਾਲ ਜੁੜ ਗਈ। ਫਿਰ ਜਿਹੜੀਆਂ ਸਟੋਰੀਆਂ ਦੱਸੀਆਂ ਉਹਨੇ ਹੋਰ ਗਾਹਾਂ ਚਿੱਠੀ ਦੇ ਵਿੱਚ, ਉਹ ਸਾਰੀਆਂ ਇਹਦੇ ਨਾਲ ਜੁੜਦੀਆਂ ਸੀ ਜਾ ਕੇ, ਵੀ ਇਹ ਰਣਜੀਤ ਨੇ ਇਹ ਚਿੱਠੀ ਲਿਖਵਾਈ ਹੈ। ਤੇ ਪਰ ਫਿਰ ਉੱਥੇ ਤਰਕਸ਼ੀਲਾਂ ਦਾ ਹੈੱਡਕੁਆਟਰ ਹੋਣ ਕਰਕੇ, ਮਾਸਟਰ ਬਲਵੰਤ ਹੋਣ ਕਰਕੇ, ਉਹਨਾਂ ਦਾ ਸ਼ੱਕ ਹੋਰ ਪੱਕਾ ਹੋ ਗਿਆ ਵੀ ਇਹ ਚਿੱਠੀ ਰਣਜੀਤ ਦੇ ਈਵਨ ਮਰਡਰ ਤੋਂ ਪਹਿਲਾਂ 3 ਵਾਰ ਉਹ ਇਹਦੇ ਕੋਲ ਗਏ, ਮਾਸਟਰ ਬਲਵੰਤ ਕੋਲ, ਜਿਹੜੇ ਉੱਥੇ ਤਰਕਸ਼ੀਲ ਸੁਸਾਇਟੀ ਚਲਾ ਰਹੇ ਸੀ, ਤਰਕਸ਼ੀਲ ਸੁਸਾਇਟੀ ਜਿਹੜੀ ਚਲਾ ਰਹੇ ਸੀ। ਕਿਉਂਕਿ ਉਹ ਵੀ ਜਿਵੇਂ ਸਾਰੇ ਤਰਕਸ਼ੀਲ ਉੱਗੇ ਤਰਕਸ਼ੀਲ ਕਰਦੇ ਹੀ ਨੇ, ਉਹ ਆਪਦੇ ਘਰਾਂ ਦੇ ਵਿੱਚ ਕੇਸ ਦੇਖਦੇ ਸੀ ਉਹਨਾਂ ਸਮਾਂ ਦੇ ਵਿੱਚ। ਇਸ ਕਰਕੇ 10-20 ਬੰਦੇ ਐਤਵਾਰ ਨੂੰ ਉੱਥੇ ਬੈਠੇ ਹੁੰਦੇ ਸੀ, ਤੇ ਇਸ ਕਰਕੇ ਉਹਨਾਂ ਨੂੰ ਮਾਰਨ ਦਾ ਤਾਂ ਮੌਕਾ ਨਾ ਮਿਲਿਆ। ਪਰ ਉਹਨੇ ਇੱਕ ਵਾਰ ਕਿਹਾ ਵੀ ਉਹਨਾਂ ਨੂੰ, ਜੇ ਤੁਸੀਂ ਮੈਨੂੰ ਮਾਰਨਾ ਹੀ ਚਾਹੁੰਦੇ ਮਾਰ ਜਾਓ, ਇਹ ਵੀ ਗੱਲ ਕਹੀ ਜਿਹੜੇ ਮਾਸਟਰ ਬਲਵੰਤ ਨੇ। ਤੇ ਬਸ ਚਿੱਠੀ ਦਾ ਖੋਜ ਲੱਭਦੇ ਸੀ ਇਹ, ਵੀ ਚਿੱਠੀ ਕਿਹਨੇ ਲਿਖੀ ਹੈ, ਕਿੱਥੋਂ ਆਈ ਹੈ, ਤੇ ਉਹਨਾਂ ਨੂੰ ਕੋਈ ਰਾਹ ਪਤਾ ਮਿਲ ਨਹੀਂ ਸੀ ਰਿਹਾ। ਪਰ ਫਿਰ ਹੁਣ ਰਣਜੀਤ ਦਾ ਕਤਲ ਕਿਵੇਂ ਹੁੰਦਾ? ਇਹ ਨਹੀਂ ਚਿੱਠੀ, ਹਾਂ ਪਹਿਲਾਂ ਚਲੋ ਇਹ ਵੀ ਕਰ ਲਈਏ ਵੀ ਇਹ ਚਿੱਠੀ ਫਿਰ ਫੈਲਦੀ ਕਿਵੇਂ ਆ, ਅਦਾਲਤਾਂ ਤੱਕ ਵੱਡੇ ਲੈਵਲ ਤੇ ਕਿਵੇਂ ਜਾਂਦੀ ਹੈ? ਹੁਣ ਮੈਂ ਤੁਹਾਨੂੰ ਦੱਸਣ ਲੱਗਿਆ ਇਹੀ ਗੱਲ, ਵੀ ਰਣਜੀਤ ਸੀ ਜਿਹੜਾ, ਉਹਨੇ 4 ਕਿੱਲੇ ਜ਼ਮੀਨ ਦੇ ਬਹੁਤ ਸਾਰੀ ਜ਼ਮੀਨ ਦਿੰਦਾ ਸੀ, ਅੱਡ-ਅੱਡ ਵਿਅਕਤੀਆਂ ਨੂੰ ਦਿੰਦਾ ਸੀ ਵਾਹੁਣ ਵਾਸਤੇ। ਉਹ ਪਿੰਡ ਦੇ ਘੁਮਿਆਰਾਂ ਦੇ ਮੁੰਡੇ ਨੇ 4 ਕਿੱਲੇ ਜ਼ਮੀਨ ਹੈ ਜਿਹੜੀ ਇਹਦੀ ਵਾਹੁਣ ਵਾਸਤੇ ਲਈ ਵੀ ਸੀ। ਉਹ ਉਸ ਮੋਟਰ ਦੇ ਵਿੱਚ, ਉਹਦੀ ਮੋਟਰ ਲੱਗੀ ਸੀ, ਮੋਟਰ ਦੇ ਉੱਪਰ ਜਾ ਕੇ ਤਰਕਸ਼ੀਲ ਕਿਤਾਬਾਂ ਰਸਾਲੇ ਪੜ੍ਹਦਾ ਹੁੰਦਾ ਸੀ। ਉਹ ਕਿਤਾਬਾਂ ਤੇ ਰਸਾਲੇ ਜਦੋਂ ਪੜ੍ਹਦਾ ਹੁੰਦਾ ਸੀ ਤਾਂ ਉੱਥੇ ਰਣਜੀਤ ਗਿਆ, ਉਹ ਕਿਤਾਬਾਂ ਰਸਾਲੇ ਚੱਕ ਕੇ ਲੈ ਗਿਆ ਉੱਥੋਂ। ਉਹਨਾਂ ਰਸਾਲਿਆਂ ਦੇ ਵਿੱਚ ਜਿਹੜਾ ਐਡਰੈਸ ਸੀ, ਜਿਹੜਾ ਮੇਰਾ ਵੀ ਲਿਖਿਆ ਹੋਇਆ ਸੀ ਤੇ ਬਲਵੰਤ ਦਾ ਵੀ ਲਿਖਿਆ ਸੀ, ਕਿਉਂਕਿ ਬਲਵੰਤ ਉਹਨਾਂ ਸਮੇਂ 'ਚ ਹਿੰਦੀ ਦਾ ਮੈਗਜ਼ੀਨ ਚਲਾਉਂਦਾ ਸੀ, ਮੈਂ ਪੰਜਾਬੀ ਦਾ ਮੈਗਜ਼ੀਨ ਚਲਾਉਂਦਾ ਸੀ ਤਰਕਸ਼ੀਲਾਂ ਵਾਲਾ। ਇਸ ਕਰਕੇ ਸਾਨੂੰ, ਉਹਨਾਂ ਨੂੰ ਸਾਡੇ ਦੋਨਾਂ ਦੇ ਐਡਰੈਸ ਉਹਦੇ 'ਚ ਮਿਲ ਗਏ। ਤੇ ਹੋਰ ਜਿਹੜੇ ਉੱਗੇ ਬੰਦੇ ਸੀ, DC ਹੈ, ਪੰਜਾਬ ਸਰਕਾਰ ਹੈ, ਈਵਨ ਰਾਸ਼ਟਰਪਤੀ ਹੈ, ਉਹ ਚਿੱਠੀਆਂ 20-30 ਕਾਪੀਆਂ ਉਹਨਾਂ ਨੇ ਕਢਵਾਈਆਂ ਉਹਦੀਆਂ, ਰਾਸ਼ਟਰਪਤੀ ਤੱਕ ਨੂੰ ਵੀ ਭੇਜੀਆਂ, ਰਾਸ਼ਟਰਪਤੀ ਤੱਕ ਨੂੰ ਭੇਜੀਆਂ। ਯਾਨੀ ਕਿ ਫਿਰ ਜਿਹੜੀ ਕੀ ਹੈ ਵੀ ਰਣਜੀਤ ਹੈ ਜਿਹੜਾ, ਉਹ 3 ਵਾਰ, ਕਿਉਂਕਿ ਰਣਜੀਤ ਨੂੰ ਆ ਕੇ ਕਹਿੰਦੇ ਰਹੇ ਵੀ ਬਾਬੇ ਤੋਂ ਮਾਫੀ ਮੰਗ ਲੈ ਤੂੰ, 3 ਵਾਰ ਉਹ ਡੇਰੇ 'ਚ ਵੀ ਗਿਆ। ਉਦੋਂ ਬਾਅਦ ਜਾ ਕੇ ਬਾਬੇ ਨੂੰ ਕਹਿਣ ਵਾਸਤੇ ਗਿਆ ਵੀ ਬਾਬਾ ਜੀ ਤੁਸੀਂ ਮੈਨੂੰ ਮਾਫ ਕਰ ਦਿਓ, ਪਰ ਬਾਬੇ ਨੇ ਗੱਲ ਨਹੀਂ ਕੀਤੀ ਉਹਦੇ ਨਾਲ, ਇੰਨਾ ਉਹਦੇ ਉੱਪਰ ਔਖਾ ਹੋਇਆ ਹੋਇਆ ਸੀ। ਤੇ ਇਸ ਤਰ੍ਹਾਂ ਯਾਨੀ ਕਿ ਹਰ ਵਾਰ ਉਹ ਆਪਦਾ ਇੱਕ ਮਿੱਤਰ ਹੈ ਉਹਨੂੰ ਵੀ ਨਾਲ ਲੈ ਕੇ ਗਿਆ ਡੇਰੇ 'ਚ ਵੀ ਤੂੰ ਕਹਿ ਕੇ ਮਾਫੀ ਮੰਗਵਾ ਦੇ, ਮੈਨੂੰ ਮਾਫ ਕਰਾ ਦੇ, ਪਰ ਉਹਨਾਂ ਨੇ, ਬਾਬੇ ਨੇ ਮਾਫ ਨਹੀਂ ਕੀਤਾ ਉਹਨੂੰ। ਤੇ ਫਿਰ ਕੀ ਹੋਇਆ ਵੀ 4 ਬੰਦੇ ਇੱਕ ਦੇ 'ਚੋਂ ਨਿਕਲੇ। ਇਹ ਰਣਜੀਤ ਆਪਦੇ ਖੇਤ ਜਾ ਰਿਹਾ ਸੀ ਮੋਟਰਸਾਈਕਲ ਦੇ ਉੱਪਰ, ਉਹਨਾਂ 4 ਨੇ ਚਿੱਟੇ ਕੱਪੜੇ ਪਾਏ ਹੋਏ ਸੀ, 4 ਨੇ ਪਿਸਤੌਲ ਫੜਿਆ ਹੋਇਆ ਸੀ, ਇੱਕ ਗੋਲੀ ਜਿਹੜੇ 4 ਬੰਦਿਆਂ ਨੇ ਇਹਦੇ ਸਿਰ 'ਚ ਮਾਰਤੀ ਰਣਜੀਤ ਦੇ। ਤੇ ਉਹ ਬੰਦੇ ਫਿਰ ਫਰਾਰ ਹੋ ਜਾਂਦੇ ਜਾਂ ਫੜੇ ਜਾਂਦੇ? ਫਰਾਰ ਹੋ ਗਏ। ਇਹਨੇ ਮਾਸਟਰ ਬਲਵੰਤ ਨੇ ਜਦੋਂ ਗਵਾਹੀਆਂ ਦਿੱਤੀਆਂ ਤਾਂ ਉਹਨੇ ਉਹਨਾਂ ਨੂੰ ਪਹਿਚਾਣ ਵੀ ਲਿਆ ਵੀ ਆਹ ਬੰਦੇ ਮੇਰੇ ਕੋਲ ਆਏ ਸੀ ਤੇ ਮਾਰਨ ਵਾਸਤੇ, ਮੈਨੂੰ ਵੀ ਮਾਰਨ ਵਾਸਤੇ ਆਏ ਸੀ ਤੇ ਚਿੱਠੀ ਦੀ ਇਨਕੁਆਇਰੀ ਕਰਨ ਵਾਸਤੇ ਆਏ ਸੀ। ਇਸ ਤਰ੍ਹਾਂ ਜਾਨੀ। ਅੱਛਾ, ਜਦੋਂ ਪੁਲਿਸ ਨੇ ਫਿਰ ਗੱਲ ਕੱਢੀ ਤਾਂ ਜਿਹੜੇ ਤਰਕਸ਼ੀਲ ਸੁਸਾਇਟੀ ਵਾਲੇ ਸੀਗੇ, ਮਾਸਟਰ ਬਲਵੰਤ, ਉਹ ਪਛਾਣ ਲੈਂਦੇ ਆ ਵੀ ਇਹ 4 ਬੰਦੇ ਮੈਨੂੰ ਵੀ, ਕਿਉਂਕਿ ਪੁਲਿਸ ਨੇ ਜਦੋਂ ਇਨਵੈਸਟੀਗੇਟ ਕੀਤਾ ਤਾਂ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਵੀ ਧਮਕੀ ਦੇਣ ਇਹੀ ਆਏ ਸੀ, ਜਿੱਥੋਂ ਮਤਲਬ ਪੁਲਿਸ ਨੂੰ ਹੋਰ ਸੋਲਿਡ ਹੋ ਜਾਂਦੀ। ਜਾਨੀ ਕਿ ਇਹ ਐਕਚੁਅਲੀ ਗੱਲ ਇਹ ਇੰਨੀ
ਖਾਲੀ ਨਹੀਂ ਸੀ। ਹਾਂ ਇਸ ਖਾਲੀ ਗੱਲ ਇਸ ਤਰ੍ਹਾਂ ਬਣ ਗਈ ਜਿਹੜੀ ਚਿੱਠੀ ਦੀ ਇਨਕੁਆਇਰੀ, ਕਿਉਂਕਿ ਹਰਿਆਣਾ ਪੁਲਿਸ ਦਾ ਸਾਰੀ ਇਹਦੇ ਬਾਬੇ ਦੇ ਪ੍ਰਭਾਵ ਸੀ, ਉਹ ਕੋਈ ਇਫੈਕਟ ਨਹੀਂ ਸੀ ਕਰ ਰਹੇ। ਈਵਨ ਜਦੋਂ ਰਾਜਾ ਰਾਮ ਦੇ ਉੱਪਰ ਅਟੈਕ ਕੀਤਾ ਜਾਂ ਬਲਵੰਤ ਦੇ ਵਾਸਤੇ ਆਏ ਨੇ, ਬਲਵੰਤ ਨੇ ਸਿਕਿਉਰਿਟੀ ਵੀ ਮੰਗੀ, ਕਿਸੇ ਨੇ ਸਿਕਿਉਰਿਟੀ ਨਹੀਂ ਦਿੱਤੀ ਬਲਵੰਤ ਨੂੰ। ਹਾਂਜੀ, ਤੇ ਆ ਰਾਜਾ ਰਾਮ ਦੇ ਉੱਪਰ ਜਦੋਂ ਅਟੈਕ ਕੀਤਾ, ਮਾਰਨ ਵਾਲਾ ਕਰਕੇ ਸਿੱਟ ਗਏ ਸੀ ਇਹਨੂੰ, ਤਾਂ ਉਹ ਵੀ ਰਿਪੋਰਟ ਨਹੀਂ ਲਿਖੀ ਹਰਿਆਣਾ ਪੁਲਿਸ ਨੇ। ਯਾਨੀ ਕਿ ਉਹਨਾਂ ਹਰਿਆਣਾ ਪੁਲਿਸ ਤਾਂ ਬਾਬੇ ਨਾਲ ਮਿਲੀ ਵੀ ਸੀ। ਐਕਚੁਅਲੀ ਗੱਲ ਕੀ ਹੋਈ ਬਈ, ਜਿਹੜੇ ਹਾਈ ਕੋਰਟ ਦੇ ਵਕੀਲ ਸੀ ਚੰਡੀਗੜ੍ਹ ਦੇ ਉੱਤੇ, ਉਹਨਾਂ 'ਚ ਕੁਛ ਸਾਡੇ ਵਿਅਕਤੀ ਸੀ, ਉਹਨਾਂ ਨੇ ਰੌਲਾ ਪਾਇਆ ਜਦੋਂ ਰਾਜਾ ਰਾਮ ਦੇ ਉੱਪਰ ਕੁੱਟਮਾਰ ਕੀਤੀ, ਅਖਬਾਰਾਂ 'ਚ ਖਬਰਾਂ ਲੱਗੀਆਂ, ਤਾਂ ਉਹਨਾਂ ਨੇ ਰੌਲਾ ਪਾਇਆ ਵੀ ਇਹ ਬਾਬੇ ਦਾ ਕੁਛ ਹੋਣਾ ਚਾਹੀਦਾ। ਫਿਰ ਜਿਹੜੀ ਰਾਸ਼ਟਰਪਤੀ ਵਾਲੀ ਚਿੱਠੀ ਸੀ ਇੰਨੇ ਸਮੇਂ ਦੇ ਵਿੱਚ, ਉਹ ਹਾਈ ਕੋਰਟ ਦੇ ਵਿੱਚ ਆ ਗਈ ਕਿਤੇ ਹੇਠਾਂ ਪਾਉਂਦੀ। ਅੱਛਾ, ਨਹੀਂ ਫਿਰ ਰਾਸ਼ਟਰਪਤੀ ਵਾਲੀ ਚਿੱਠੀ ਹੇਠਾਂ ਕਿਵੇਂ ਆਈ? ਹੇਠਾਂ ਭੇਜ ਦਿੰਦੇ ਨੇ ਨਾ ਉਹ, ਵੀ ਤੁਸੀਂ ਕੋਈ ਐਕਸ਼ਨ ਲਓ ਇਹਦੇ ਉੱਪਰ, ਹੈ ਉਹਦੇ ਵਾਸਤੇ ਆ ਗਈ। ਉਹਨਾਂ ਨੇ ਸਰਸੇ ਦੇ ਡੀਸੀ ਨੂੰ ਲਿਖਤਾ ਵੀ ਇਹਦੀ ਇਨਕੁਆਇਰੀ ਕਰਕੇ ਸਾਨੂੰ ਰਿਪੋਰਟ ਕਰੋ। ਉਹ ਸਰਸੇ ਦਾ ਡੀਸੀ ਹੈ ਜਿਹੜਾ, ਉਹ ਕਹਿੰਦਾ ਵੀ ਡੇਰੇ 'ਚ ਹੋ ਤਾਂ ਕੁਛ ਰਹੱਸਮਈ ਚੀਜ਼ਾਂ ਰਹੀਆਂ ਨੇ, ਪਰ ਮੈਂ ਇਨਕੁਆਇਰੀ ਨਹੀਂ ਕਰਾ ਸਕਦਾ, ਤੁਸੀਂ ਕਿਸੇ ਚੰਗੀ ਏਜੰਸੀ ਤੋਂ ਇਹਦੀ ਇਨਕੁਆਇਰੀ ਕਰਾਓ। ਅੱਛਾ, ਹਾਈ ਕੋਰਟ ਮਤਲਬ ਸਿੱਧੇ ਤਰ੍ਹਾਂ ਹੁਕਮ ਦਿੰਦੀ ਆ, ਆਰਡਰ ਕਰਦੀ ਹੈ ਇਨਕੁਆਇਰੀ ਡੀਸੀ ਨੂੰ ਕਿ ਤੁਸੀਂ ਕਰੋ, ਡੀਸੀ ਹੱਥ ਖੜੇ ਕਰ ਦਿੰਦਾ। ਹਾਂ ਬਿਲਕੁਲ ਹੀ, ਡੀਸੀ ਵੀ ਹੈ ਕੁਛ ਇੱਥੇ ਰਹੱਸਮਈ ਹੋ ਰਿਹਾ ਪਰ ਮੈਂ ਨਹੀਂ ਕਰ ਸਕਦਾ, ਹੈ ਨਾ। ਤਾਂ ਫਿਰ ਕਿਉਂ ਜਾਂਦੀ ਫਿਰ ਉਹ ਯਾਨੀ ਕਿ ਜਿਹੜੀ ਹਾਈ ਕੋਰਟ ਹੈ, ਹਾਂ, ਉਹ CBI ਨੂੰ ਲਿਖ ਦਿੰਦੀ ਹੈ ਵੀ ਇਹਦੀ ਉਹ ਕਰੋ, ਪੜਤਾਲ ਕਰੋ। ਠੀਕ ਹੈ ਜੀ। ਉਹ CBI ਫਿਰ ਪੜਤਾਲ ਕਰਨ ਵਾਸਤੇ ਆ ਜਾਂਦੀ ਹੈ। CBI ਹੈ ਫਿਰ ਦੇਖਦੀ ਹੈ ਵੀ ਕਿਵੇਂ ਹੱਥ ਪਾਈਏ, ਕਿਉਂਕਿ ਕੁੱਟਮਾਰ ਸਾਰਿਆਂ ਨਾਲੋਂ ਵੱਧ ਰਾਜਾ ਰਾਮ ਹੰਡਿਆਇਆ ਦੀ ਹੋਈ ਸੀ। ਮਾਸਟਰ ਰਾਜਾ ਰਾਮ ਹੰਡਿਆਇਆ ਜਿਹੜੇ ਸਾਡੇ ਇੱਥੇ ਨਜ਼ਦੀਕੀ ਪਿੰਡ ਹੰਡਿਆਏ ਦੇ ਨੇ, ਉਸ ਸਮੇਂ ਉਹ ਹਰਿਆਣੇ 'ਚ ਲੱਗੇ ਹੋਏ ਸੀ, ਹੈਡ ਮਾਸਟਰ ਲੱਗੇ ਹੋਏ ਸੀ, ਅਤੇ ਉਹਦੇ ਉੱਪਰ ਆਉਂਦੀ ਹੈ। ਫਿਰ ਉਹਨਾਂ ਨੇ, ਕਿਉਂਕਿ ਉਹਨਾਂ ਦੀ ਕੁੱਟਮਾਰ ਸਭ ਤੋਂ ਵੱਧ ਹੋਈ ਸੀ, ਮਾਰ ਕੇ ਸਿੱਟ ਗਏ ਸੀ, ਇਸ ਕਰਕੇ CBI ਨੇ ਉਹਨਾਂ ਤੋਂ ਜਾਣਕਾਰੀ ਲਈ ਵੀ ਕੌਣ ਹੋ ਸਕਦੇ ਨੇ, ਤਾਂ ਉਹਨਾਂ ਨੇ ਕੁਛ ਕਲਿਊ ਦਿੱਤੇ ਵੀ ਆਹ ਬੰਦੇ ਹੋ ਸਕਦੇ ਨੇ। ਉਹਨਾਂ ਦੇ ਵਿੱਚ ਫਿਰ ਕਹਾਂ ਜਦੋਂ ਰਣਜੀਤ ਦਾ ਮਰਡਰ ਹੋਇਆ, ਤਾਂ ਰਣਜੀਤ ਦੇ ਮਰਡਰ ਦੇ ਉੱਪਰ ਸਾਡੀ ਸੰਸਥਾ ਦੀਆਂ ਕੁਛ ਵਿਅਕਤੀ ਕੁੜੀਆਂ ਸੀ ਜਿਹੜੀਆਂ, ਉਹ ਵੀ ਉਹਦੇ ਮਰਡਰ ਦੇ ਉੱਪਰ ਗਈਆਂ ਅਫਸੋਸ ਕਰਨ ਵਾਸਤੇ ਵੀ ਭਰਾ ਦਾ, ਹਰਪ੍ਰੀਤ ਦੇ ਭਰਾ ਦਾ ਮਰਡਰ ਹੋਇਆ। ਤਾਂ ਹਰਪ੍ਰੀਤ ਉਸ ਸਮੇਂ ਉਹਨਾਂ ਨੂੰ ਕਹਿੰਦੀ ਵੀ ਮੈਂ ਇਸ ਡੇਰੇ ਦਾ ਬੇੜਾ ਕਰਕੇ ਕਰੂੰ, ਮੈਂ ਆਪਦੇ ਭਰਾ ਦਾ ਬਦਲਾ ਲਊਂ ਡੇਰੇ ਤੋਂ। ਉਹ ਕਹਿੰਦੇ ਵੀ ਫਿਰ ਕਿਵੇਂ ਲੈਂਗੀ, ਹਰਿਆਣਾ ਪੁਲਿਸ ਦਾ ਕਹਿੰਦੇ ਹਰਿਆਣਾ ਪੁਲਿਸ ਨੂੰ ਜੇ ਕਿਤੇ CBI ਕੋਲ ਚਲਿਆ ਗਿਆ ਕੇਸ, ਤਾਂ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੂਗੀ, ਡੇਰੇ ਦੇ ਸਰਸੇ ਦੇ ਬਾਰੇ, ਡੇਰੇ ਦੇ ਸਾਰੇ ਪਰਦੇ ਫਾਸ ਕਰੂੰਗੀ। ਅਤੇ ਫਿਰ ਉਹਨਾਂ ਨੇ, ਉਹ ਕੁੜੀਆਂ ਨੇ CBI ਨੂੰ ਵੀ ਦੱਸਤਾ ਵੀ ਤੁਹਾਡੇ ਵਾਸਤੇ ਕਿਹਾ ਸੀ ਉਹਨੇ ਵੀ ਤੁਸੀਂ ਜਾ ਕੇ ਦੱਸ ਦਿਓ। ਉਹ ਫਿਰ CBI ਗਈ ਉਹ ਕੁੜੀ ਕੋਲ, ਫਿਰ ਉਹਨੇ 23-24 ਕੁੜੀਆਂ ਦੇ ਹੋਰ ਐਡਰੈਸ ਦਿੱਤੇ। ਉਹ ਕੁੜੀਆਂ ਦੇ ਵਿੱਚੋਂ 2 ਕੁੜੀਆਂ ਤਿਆਰ ਹੋ ਗਈਆਂ ਵੀ ਅਸੀਂ ਸਾਰਾ ਸੱਚਾਈ ਦੱਸਾਂਗੇ। 20-22 ਕੁੜੀਆਂ, ਉਹਨਾਂ 'ਚੋਂ 3 ਕੁੜੀਆਂ ਮਿਲੀਆਂ ਵੀ ਨਹੀਂ ਸੀ, ਬਾਕੀ ਕੁੜੀਆਂ ਜਿਹੜੀਆਂ 20-21 ਕੁੜੀਆਂ ਹੋਰ ਸੀ, ਉਹ ਕਹਿਣ ਲੱਗੇ ਵੀ ਅਸੀਂ ਤਾਂ ਹੁਣ ਵਿਆਹੀਆਂ ਵੱਟੀਆਂ ਗਈਆਂ, ਸਾਰੇ ਆਪਦੇ ਘਰ ਸਾਡੇ ਵਾਸਤੇ ਨੇ, ਅਸੀਂ ਆਪਦੇ ਘਰਾਂ ਨੂੰ ਬਰਬਾਦ ਨਹੀਂ ਕਰਨਾ ਚਾਹੁੰਦੀਆਂ, ਇਸ ਕਰਕੇ ਇੰਨਾ ਤੁਹਾਨੂੰ ਦੱਸਣਾ ਵੀ ਹੋਇਆ ਸਾਡੇ ਨਾਲ ਗਲਤ ਕੰਮ ਹੋਏਗਾ, ਪਰ ਅਸੀਂ ਗਵਾਹੀ ਨਹੀਂ ਦੇ ਸਕਦੀਆਂ। ਸਹੀ ਹੈ ਜੀ। ਅਤੇ ਉਹ ਜਾਣੀ ਕਿ CBI ਫਿਰ ਉਹਨਾਂ ਨੇ ਇਨਕੁਆਇਰੀ ਨਹੀਂ ਕੀਤੀ ਵੀ ਚੱਲ ਇਹਨਾਂ ਦੇ ਘਰ ਕਾਹਨੂੰ ਬਰਬਾਦ ਕਰਨਾ ਨੇ। ਫਿਰ 2 ਕੁੜੀਆਂ ਨੇ ਗਵਾਹੀਆਂ ਦਿੱਤੀਆਂ, ਉਹ ਗਵਾਹੀਆਂ ਦੇ ਆਧਾਰ ਦੇ ਉੱਪਰ ਜਾਂ ਰਾਜਾ ਰਾਮ ਅਤੇ ਬਲਵੰਤ ਹੰਡਿਆਏ ਨੇ ਗਵਾਹੀਆਂ ਦੇ ਉੱਪਰ, ਯਾਨੀ ਕਿ ਰਣਜੀਤ ਦੇ ਮਰਡਰ ਕੇਸ ਦੇ ਵਿੱਚ ਜਿਹੜੀ ਸਜ਼ਾ ਹੋ ਰਹੀ ਹੈ ਉਹ ਉਹਨਾਂ ਕਰਕੇ ਹੋ ਰਹੀ ਹੈ, ਉਹਨਾਂ ਕਰਕੇ ਹੋ ਰਹੀ ਹੈ। ਅਤੇ ਬਹੁਤ ਸਾਰੀਆਂ ਯਾਰ ਹੋਰ ਗੱਲਾਂ ਵੀ ਆ, ਤਰਕਸ਼ੀਲ ਸੁਸਾਇਟੀ ਦਾ ਰੋਲ ਵੀ ਹੈ ਇਹਨਾਂ 'ਤੇ, ਹਮਲੇ ਵੀ ਆ, ਪਰ ਅੱਜ ਦੇ ਐਪੀਸੋਡ 'ਚ ਕਿਉਂਕਿ ਸਮੇਂ ਦੀ ਹੱਦ ਆ, ਸਾਨੂੰ ਵੀ ਪਤਾ ਵੀ YouTube ਦੇ ਜਾਂ Facebook 'ਤੇ ਅਸੀਂ ਲੰਬੀ ਵੀਡੀਓ ਤੁਹਾਨੂੰ ਬਣਾ ਕੇ ਦੇ ਦੇਈਏ ਅਤੇ ਤੁਸੀਂ ਭਾਈ ਦੇਖਦੇ ਵੀ ਘੱਟ ਹੋ, ਇਹ ਵੀ ਲਾਂਭਾ ਹੈ ਲੋਕਾਂ ਸਿਰ। ਤਾਂ ਬਹੁਤ ਬਹੁਤ ਸ਼ੁਕਰੀਆ, ਇੰਨਾ ਹੀ।